Hello everyone, my name is Hartek Sharma. I am from Hartek Sharma's IELTS Institute, which is situated in Bathinda, Punjab, at Ajit Road, street number 6, near Park. Today I am going to explain a cue card which is according to the list of Kiran Makkad ma'am, which is signed from September to December 2022. The name of the cue card is Describe an English class or lesson that you enjoyed. The sub-questions of this cue card are: what was taught in the class, when did you take the class, where it was, what did the teacher do that made you enjoy it. क्यू कार्ड की है कि तुसी कोई भी ऐसी इंग्लिश क्लास या इंग्लिश लैसन दे बारे एक्सप्लेन करना है जिन्हों तुसी इंजॉय किया होवे। सब क्वेश्चन के मुताबिक तुसी ये भी दसना तुहानू की पढ़ाया गया सीगा क्लास दे विच, तुसी ये क्लास कदों लई, तुसी उस टाइम कित्थे सी, ते टीचर दी ਇਹੋ ਜੀ की एक्टिविटी सी या की लाइक ਉਹਨਾਂ ਦਾ ਵੇ ਆਫ ਪਾਰਟ ਰਿਹਾ ਜਿਸ ਕਰਕੇ ਤੁਸੀਂ ਕਲਾਸ ਨੂੰ ਇੰਜੋਏ ਕੀਤਾ। ਬਿਫੋਰ ਸਟਾਰਟਿੰਗ ਮਾਈ ਐਕਸਪਲੇਨੇਸ਼ਨ ਆਈ ਵੁੱਡ ਲਾਈਕ ਟੂ ਡਿਸਕਸ ਸਮਥਿੰਗ ਲਾਈਕ ਸਚ ਐਜ਼ ਮੇਰੇ ਜਿਹੜੇ ਪਾਸ ਸਟੂਡੈਂਟਸ ਨੇ ਮੇਰੇ ਕੋਲ ਸਪੀਕਿੰਗਸ ਦਿੱਤੀਆਂ ਮੈਨੂੰ, ਮੀਨਸ ਕੰਡਕਸ਼ਨ ਹੋਈ ਜਿਹੜੀ ਮੇਰੀ ਸਪੀਕਿੰਗ ਦੀ ਉਹਨਾਂ ਨਾਲ, ਤਾਂ ਮੈਂ ਦੇਖਿਆ ਕਿ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਸਟੂਡੈਂਟਸ ਨੇ ਫੋਕਸ ਕੀਤਾ ਇੱਕ ਵਰਡ ਦੇ ਵਿੱਚ, ਦ ਵਰਡ ਇਜ਼ ਇੰਜੋਇਡ। ਤਾਂ ਉਹਨਾਂ ਦੇ ਮੁਤਾਬਕ ਇਹ ਰਿਹਾ ਕਿ ਸ਼ਾਇਦ ਕਲਾਸ ਦੇ ਵਿੱਚ ਮੈਂ ਕੋਈ ਗਰੁੱਪ ਐਕਟੀਵਿਟੀ ਸ਼ੋਅ ਕਰਦਾ ਜਾਂ ਕੁਝ ਗੇਮਸ ਦੇ ਬਾਰੇ ਉਹਨਾਂ ਨੇ ਗੱਲ ਕੀਤੀ, ਐਕਟੀਵਿਟੀ ਗੇਮਸ ਹੋਈਆਂ ਜਾਂ ਕਈਆਂ ਨੇ ਗਰੁੱਪ ਡਿਸਕਸ਼ਨਸ ਦੀ ਗੱਲ ਕੀਤੀ, ਸਚ ਐਜ਼ ਇੱਦਾਂ ਦੀਆਂ ਚੀਜ਼ਾਂ, ਮਤਲਬ ਜੋ ਅਪਾਰਟ ਫਰੋਮ ਦ ਰਿਲੇਸ਼ਨ ਫਰੋਮ ਲਾਈਕ ਆਫ ਯੋਰ ਟੀਚਰ। ਜਿਹਦੇ ਫਸਟ ਸਬ ਕੁਐਸਚਨ ਵੱਲ ਥੋੜ੍ਹਾ ਜਿਹਾ ਧਿਆਨ ਦਿਓ ਨਾ ਤੁਸੀਂ, ਤੁਹਾਨੂੰ ਕੀ ਪੜ੍ਹਾਇਆ ਗਿਆ ਕਿਹਾ ਹੋਇਆ। ਪਲੀਜ਼ ਇਹ ਤੁਹਾਡੇ ਟਾਸਕ ਰਿਸਪੌਂਸ ਨੂੰ ਇਹ ਚੀਜ਼ਾਂ ਅਫੈਕਟ ਕਰ ਸਕਦੀਆਂ ਨੇ। ਜੇ ਤੁਸੀਂ ਕਲਾਸ ਦੀਆਂ ਕਲਾਸ ਦੇ ਵਿੱਚ ਆਪਣੇ ਟੀਚਰ ਦੇ ਰੋਲ ਨੂੰ ਇਹਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਨਾ ਕੀਤਾ, ਕਿਤੇ ਨਾ ਕਿਤੇ ਹਾਰਮਫੁਲ ਹੋ ਸਕਦਾ ਤੁਹਾਡੇ ਲਈ। ਜੇ ਤੁਸੀਂ ਆਪਣਾ ਵੀ ਬਣਾ ਰਹੇ ਹੋ, ਪਲੀਜ਼ ਇਸ ਚੀਜ਼ ਦਾ ਧਿਆਨ ਦਿਓ ਕਿ ਟੀਚਰ ਵੱਲੋਂ ਹੀ ਤੁਹਾਨੂੰ ਐਂਟਰਟੇਨ ਕੀਤਾ ਗਿਆ ਹੈ, ਤੁਸੀਂ ਆਪਣੇ ਆਪ ਐਂਟਰਟੇਨ ਨਹੀਂ ਹੋਏ ਕਲਾਸ ਦੇ ਵਿੱਚ, ਠੀਕ ਹੈ। ਫਿਰ ਲਾਸਟ ਦੇ ਵਿੱਚ ਵੀ ਦੇਖੋ ਲਾਈਕ ਵਾਟ ਡਿਡ ਦ ਟੀਚਰ ਡੂ ਦੈਟ ਮੇਡ ਯੂ ਇੰਜੋਏ ਇਟ। ਟੀਚਰ ਨੇ ਕੀ ਕੀਤਾ, ਇੰਜੋਏ ਤੁਸੀਂ ਕੀਤਾ, ਬਟ ਜੋ ਵੀ ਐਕਟੀਵਿਟੀਜ਼ ਕੀਤੀਆਂ ਉਹ ਤਾਂ ਟੀਚਰ ਵੱਲੋਂ ਹੋਈਆਂ ਨਾ। ਤੇ ਜੇ ਤੁਸੀਂ ਗੇਮ ਕੁਇਜ਼ ਦੀ ਗੱਲ ਕਰੋਗੇ, ਉਹਨਾਂ ਨੇ ਗੇਮ ਕੁਇਜ਼ ਖੜਾਏ ਸਾਨੂੰ ਜਾਂ ਵਟਐਵਰ ਜੋ ਚੀਜ਼ਾਂ ਮੇਰੇ ਕੋਲ ਸਪੀਕਿੰਗਸ ਆਈਆਂ, ਤਾਂ ਮੈਂ ਨਿਗਲੈਕਟ ਕੀਤਾ ਉਹਨਾਂ ਨੂੰ, ਉਹਦੇ ਬੈਂਡ ਸਕੋਰ ਨੂੰ ਡਿਰੈਕਸ਼ਨ 'ਤੇ ਲਏ, ਠੀਕ ਹੈ। ਇੱਕ ਚੀਜ਼ ਸਮਝਣੀ ਹੈ, ਆਪਾਂ ਸਟੱਡੀ ਨੂੰ ਵੀ ਇੰਜੋਏ ਕਰ ਸਕਦੇ ਹਾਂ। ਜੇ ਆਪਾਂ ਨੂੰ ਕੋਈ ਵਧੀਆ ਪੜ੍ਹਾ ਰਿਹਾ ਹੋਊਗਾ ਤਾਂ ਆਪਾਂ ਉਹਨੂੰ ਵੀ ਇੰਜੋਏ ਕਰ ਸਕਦੇ ਹਾਂ। ਤਾਂ ਇਹਨੂੰ ਥੋੜ੍ਹਾ ਜਿਹਾ ਸਟੱਡੀ ਪੈਟਰਨ ਦੇ ਵਿੱਚ ਲਓ। ਤਾਂ ਨਾਓ ਆਈ ਐਮ ਗੋਇੰਗ ਟੂ ਸਟਾਰਟ ਐਜ਼ ਅਕੋਰਡਿੰਗ ਟੂ ਮਾਈ ਪਾਸਟ ਵੀਡੀਓਜ਼ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਕਿਉਂਕਿ ਡਾਇਰੈਕਟਲੀ ਸਟਾਰਟ ਨਹੀਂ ਕਰਦੇ, ਡਾਇਰੈਕਟ ਅਟੈਕ ਨਹੀਂ ਕਰਦੇ। ਪਹਿਲਾਂ ਸਟਾਰਟਿੰਗ ਦੇ ਵਿੱਚ 5 ਸੈਕਿੰਡ ਤੱਕ ਆਪਾਂ ਲਾਈਕ ਥੋੜ੍ਹਾ ਜਨਰਲ ਗੱਲ ਕਰਦੇ ਹਾਂ, ਠੀਕ ਹੈ, ਜਿਹਨੂੰ ਇੰਟਰੋ ਪਾਰਟ ਕਹਿ ਦਿੰਦਾ ਹੁੰਦਾ ਮੈਂ ਆਪਣੇ ਕਿਊ ਕਾਰਡ ਦਾ, ਠੀਕ ਹੈ। ਤਾਂ ਮੈਂ ਉੱਥੋਂ ਸਟਾਰਟ ਕਰ ਰਿਹਾ। ਓਕੇ, ਨਾਓ ਆਈ ਐਮ ਗੋਇੰਗ ਟੂ ਸਟਾਰਟ। Basically, I had enjoyed every English lesson during my academic journey because English is quite close to my heart and I love to learn more about it. But among of those, some lectures had groomed me the most. So here, I would like to talk about my past English lecture which I had experienced with full enthusiasm. ਕੀ ਹੈ ਇਹਦੀ ਪੰਜਾਬੀ ਆਪਾਂ ਇੱਕ ਵਾਰੀ ਸਮਝਦੇ ਹਾਂ ਕਿ ਆਮ ਤੌਰ 'ਤੇ ਮੈਂ ਆਪਣੀ ਇੰਗਲਿਸ਼ ਦੇ ਲੈਸਨ ਜਿਹੜੇ ਮੈਂ ਆਪਣੀ ਐਕੈਡੈਮਿਕ ਜਰਨੀ ਦੇ ਦੌਰਾਨ ਲਏ ਉਹ ਹਰੇਕ ਨੂੰ ਮੈਂ ਇੰਜੋਏ ਕੀਤਾ, ਕਿਉਂਕਿ ਇੰਗਲਿਸ਼ ਮੇਰੇ ਦਿਲ ਦੇ ਬਹੁਤ ਨੇੜੇ ਆ ਅਤੇ ਮੈਨੂੰ ਇਹਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣਾ ਪਸੰਦ ਹੈ। ਪਰ ਉਹਨਾਂ ਦੇ ਵਿੱਚੋਂ ਕੁਝ ਕੁ ਲੈਕਚਰ ਇਹੋ ਜਿਹੇ ਸੀ ਜਿਨ੍ਹਾਂ ਨੇ ਮੈਨੂੰ ਪੋਲਿਸ਼ ਬਹੁਤ ਕੀਤਾ ਜਾਂ ਮੈਨੂੰ ਇੰਪਰੂਵਮੈਂਟਸ ਮੇਰੇ ਅੰਦਰ ਬਹੁਤ ਲਿਆਂਦੀਆਂ, ਅਤੇ ਉਹਨਾਂ ਦੇ ਲਾਈਕ ਉਹਨਾਂ ਲੈਕਚਰਸ ਦੇ ਵਿੱਚੋਂ ਹੀ ਮੈਂ ਇੱਕ ਪਾਸਟ ਲੈਕਚਰ ਦੇ ਬਾਰੇ ਇੱਥੇ ਗੱਲ ਕਰਨ ਜਾ ਰਿਹਾ ਜਿਹਨੂੰ ਮੈਂ ਐਕਸਪੀਰੀਅੰਸ ਕੀਤਾ ਸੀਗਾ ਪੂਰੇ ਜੋਸ਼ ਦੇ ਨਾਲ, ਠੀਕ ਹੈ। ਤਾਂ ਹੁਣ ਆ ਰਹੇ ਹਾਂ ਜੀ ਆਪਾਂ ਆਪਣੇ ਮੇਨ ਕਿਊ ਕਾਰਡ ਦੇ ਥੀਮ ਵੱਲ। ਆਈ ਵਿਵਿਡਲੀ ਰਿਮੈਂਬਰ ਦੈਟ when I was in my 12th standard, our English teacher observed our phobia regarding the use of English grammar. Then he asked us to be present on next day to overcome this problem. Initially, I didn't react positively on that arrangement because before that lecture, I had a mindset that English grammar is to be crammed only for better use. ਪਹਿਲਾਂ ਆਪਾਂ ਇੱਕ ਵਾਰੀ ਅੱਜ ਤੱਕ ਪੰਜਾਬੀ ਦੇਖ ਲੈਂਦੇ ਹਾਂ। ਜਿੱਥੋਂ ਤੱਕ ਮੈਨੂੰ ਯਾਦ ਆ, ਜਦੋਂ ਮੈਂ 12ਵੀਂ ਕਲਾਸ ਦੇ ਵਿੱਚ ਸੀ, ਸੌਰੀ ਇਹਦੇ ਵਿੱਚ ਆਪਾਂ ਇੱਕ ਚੀਜ਼ ਦੇਖੀਏ, ਮੈਂ ਇਹ ਵੀ ਮਿਸਪ੍ਰੋਨਾਂਸੀਏਸ਼ਨ ਚੈੱਕ ਕਰਦਾ ਹੁੰਦਾ, ਕਈ ਬੱਚੇ ਇਹਨੂੰ ਮਿਸਪ੍ਰੋਨਾਊਂਸ ਕਰਦੇ ਆ, ਲਾਈਕ 12th ਬੋਲਦੇ ਆ, 12th। ਪਲੀਜ਼ ਇਹਨੂੰ 12 ਲਾਸਟ 'ਤੇ ਪਲੀਜ਼ ਆਪਣੀ ਸਾਊਂਡ ਠੀਕ ਕਰ ਲਓ, 12 ਬੋਲਣਾ ਹੁੰਦਾ ਇਹਨੂੰ ਆਪਾਂ, ਠੀਕ ਹੈ। ਜਦੋਂ ਮੈਂ 12th ਸਟੈਂਡਰਡ ਦੇ ਵਿੱਚ ਸੀਗਾ, ਸਾਡੇ ਇੰਗਲਿਸ਼ ਟੀਚਰ ਨੇ ਓਬਜ਼ਰਵ ਕੀਤਾ ਕਿ ਸਾਡੇ ਸਾਰਿਆਂ ਦੇ ਵਿੱਚ ਇੱਕ
ਫੋਬੀਆ ਸਾਨੂੰ ਇੰਗਲਿਸ਼ ਗ੍ਰਾਮਰ ਦੇ ਯੂਜ਼ ਨੂੰ ਲੈ ਕੇ। ਤਾਂ ਉਹਨਾਂ ਨੇ ਲਾਈਕ ਕਿਹਾ ਕਿ ਨੈਕਸਟ ਡੇ ਸਾਰੇ ਪਲੀਜ਼ ਪ੍ਰੈਜ਼ੈਂਟ ਰਹੀਓ ਤਾਂ ਜੋ ਆਪਾਂ ਇਸ ਪ੍ਰੋਬਲਮ ਨੂੰ ਓਵਰਕਮ ਕਰ ਸਕੀਏ, ਇਸ ਪ੍ਰੋਬਲਮ ਤੋਂ ਬਾਹਰ ਆ ਸਕੀਏ। ਸ਼ੁਰੂਆਤੀ ਤੌਰ 'ਤੇ ਲਾਈਕ ਜਦੋਂ ਉਹਨਾਂ ਨੇ ਕਿਹਾ ਤਾਂ ਮੈਂ ਕੋਈ ਜ਼ਿਆਦਾ ਰਿਐਕਟ ਪੋਜ਼ੀਟਿਵਲੀ ਨਹੀਂ ਕੀਤਾ, ਕਿਉਂਕਿ ਉਹਨਾਂ ਦੇ ਅਰੇਂਜਮੈਂਟ 'ਤੇ, ਕਿਉਂਕਿ ਉਸ ਲੈਕਚਰ ਤੋਂ ਪਹਿਲਾਂ ਮੇਰਾ ਇੱਕ ਮਾਈਂਡਸੈਟ ਬਣਿਆ ਹੋਇਆ ਸੀਗਾ ਕਿ ਜਿਹੜੀ ਇੰਗਲਿਸ਼ ਗ੍ਰਾਮਰ ਹੁੰਦੀ ਹੈ ਇਹਨੂੰ ਸਿਰਫ ਕ੍ਰੈਮ ਹੀ ਕਰਨਾ ਪੈਂਦਾ ਜੇ ਅਸੀਂ ਇਹਦਾ ਬੈਟਰ ਯੂਜ਼ ਕਰਨਾ ਹੋਵੇ। ਬਟ next day when he came to our class and started guiding us some shortcuts and tricks to understand every part of speech along with the way of picking right tense at right place, I got some confidence and recalled his way in my mind। ਇੱਥੇ ਤੱਕ ਇੱਕ ਵਾਰੀ ਦੇਖ ਲੈਂਦੇ ਹਾਂ ਪਹਿਲਾਂ। ਪਰ ਜਦੋਂ ਨੈਕਸਟ ਡੇ ਉਹ ਸਾਡੇ ਕਲਾਸ ਦੇ ਵਿੱਚ ਆਏ ਤੇ ਉਹਨਾਂ ਨੇ ਸਾਨੂੰ ਗਾਈਡ ਕਰਨਾ ਸ਼ੁਰੂ ਕੀਤਾ, ਕੁਝ ਸ਼ਾਰਟਕਟ ਸਮਝਾਏ, ਕੁਝ ਟ੍ਰਿਕਸ ਦੱਸੀਆਂ ਤਾਂ ਜੋ ਅਸੀਂ ਅੰਡਰਸਟੈਂਡ ਕਰ ਸਕੀਏ ਹਰੇਕ ਪਾਰਟਸ ਆਫ ਸਪੀਚ ਨੂੰ, ਅਲੋਂਗ ਵਿਦ ਲਾਈਕ ਅਸੀਂ ਸਹੀ ਟੈਂਸ ਸਹੀ ਥਾਂ 'ਤੇ ਕਿਵੇਂ ਲਗਾ ਸਕਦੇ ਹਾਂ। ਤਾਂ ਮੇਰੇ ਅੰਦਰ ਥੋੜ੍ਹਾ ਜਿਹਾ ਕੌਨਫੀਡੈਂਸ ਆਇਆ। ਫਿਰ ਮੈਂ ਉਹਨਾਂ ਦਾ ਜਿਹੜਾ ਵੇ ਆਫ ਟੀਚ ਚੱਲ ਰਿਹਾ ਸੀ ਮੈਂ ਉਹਨੂੰ ਰੀਕਾਲ ਕਰਨਾ ਸਟਾਰਟ ਕਰਤਾ। ਮੋਰਓਵਰ ਹੀ ਆਲਸੋ ਹੈਲਪਡ ਅਸ to make short notes about prepositions and articles so that we can recover from the deficiencies। ਇਹਦੇ ਵਿੱਚ ਆਪਾਂ ਕੀ ਕਹਿ ਰਹੇ ਹਾਂ ਕਿ ਮੋਰਓਵਰ ਉਹਨਾਂ ਨੇ ਸਾਡੀ ਹੈਲਪ ਕੀਤੀ ਕੁਝ ਸ਼ਾਰਟ ਨੋਟਸ ਬਣਾਉਣ ਦੇ ਵਿੱਚ, ਪ੍ਰੈਪੋਜੀਸ਼ਨ ਦੇ ਬਾਰੇ ਉਹਨਾਂ ਨੇ ਸਾਨੂੰ ਗਾਈਡ ਕੀਤਾ, ਸ਼ਾਰਟ ਨੋਟਸ ਬਣਾਉਣ ਦੇ ਵਿੱਚ ਹੈਲਪ ਕੀਤੀ ਤੇ ਆਰਟੀਕਲਸ ਦੇ ਵਿੱਚ ਸਾਡੀ ਹੈਲਪ ਕੀਤੀ ਤਾਂ ਜੋ ਅਸੀਂ ਰਿਕਵਰ ਕਰ ਸਕੀਏ ਆਪਣੀਆਂ ਕਮੀਆਂ ਤੋਂ, ਡੈਫੀਸ਼ੀਐਂਸੀਜ਼ ਤੋਂ। ਆਫਟਰ ਅਰਾਊਂਡ ਹਾਫ ਟਾਈਮ ਆਫ ਹਿਸ ਲੈਕਚਰ we also played some games related grammar quiz which attracted us more in that lecture। I think it is the best lecture of my life, whom I have enjoyed with learning। Moreover, this lecture has worked like a nectar in the accuracy of my English use। ਇੱਥੇ ਆਪਾਂ ਕੀ ਕਹਿ ਰਹੇ ਹਾਂ ਕਿ ਤਕਰੀਬਨ ਅੱਧੀ ਕਲਾਸ ਤੋਂ ਬਾਅਦ, ਉਹਨਾਂ ਦੇ ਅੱਧੇ ਲੈਕਚਰ ਤੋਂ ਬਾਅਦ ਅਸੀਂ ਕੁਝ ਗੇਮਸ ਵੀ ਖੇਡੀਆਂ ਗ੍ਰਾਮਰ ਕੁਇਜ਼ ਨਾਲ ਰਿਲੇਟਿਡ, ਜਿਨ੍ਹਾਂ ਨੇ ਸਾਨੂੰ ਹੋਰ ਵੀ ਜ਼ਿਆਦਾ ਇਸ ਲੈਕਚਰ ਵੱਲ ਅਟਰੈਕਟ ਕੀਤਾ। ਮੈਨੂੰ ਲੱਗਦਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੈਸਟ ਲੈਕਚਰ ਰਿਹਾ ਜਿਸ ਨੂੰ ਮੈਂ ਇੰਜੋਏ ਕੀਤਾ ਲਰਨਿੰਗ ਦੇ ਨਾਲ ਨਾਲ। ਮੋਰਓਵਰ ਇਹੀ ਲੈਕਚਰ ਮੇਰੇ ਲਈ ਨੈਕਟਰ ਦੀ ਤਰ੍ਹਾਂ ਕੰਮ ਕਰ ਰਿਹਾ ਕਿ ਜਿੰਨੀ ਕਿ ਮੇਰੇ ਅੰਦਰ ਐਕੂਰੇਸੀ ਹੈ ਇੰਗਲਿਸ਼ ਯੂਜ਼ ਨੂੰ ਲੈ ਕੇ, ਸ਼ਾਇਦ ਇਸ ਲੈਕਚਰ ਕਰਕੇ। ਨੈਕਟਰ ਮੇਰੇ ਵਿੱਚ ਜਿਹੜਾ ਵਰਡ ਪਾਇਆ ਅੰਮ੍ਰਿਤ, ਉਹਦੀ ਇੱਕ ਸਿਨੋਨਿਮ ਹੁੰਦਾ ਜਿਹੜਾ ਆਪਾਂ ਕਹਿ ਦਈਏ ਪੰਜਾਬੀ ਦੇ ਵਿੱਚ ਉਹ ਟਰਾਂਸਲੇਟ ਕਰੀਏ ਤਾਂ ਵੀ ਉਹ ਅੰਮ੍ਰਿਤ ਦੀ ਤਰ੍ਹਾਂ ਉਹਨੇ ਮੇਰੀ ਐਕੂਰੇਸੀ ਦੇ ਵਿੱਚ ਉਸ ਦਾ ਯੂਜ਼ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਉਹਨੇ ਹੈਲਪ ਕੀਤੀ ਹੈ। ਹੁਣ ਦੇਖੋ ਟੀਚਰ ਦਾ ਰੋਲ ਪ੍ਰੋਪਰਲੀ ਆਪਾਂ ਇਹਦੇ ਵਿੱਚ ਯੂਜ਼ ਕੀਤਾ ਹੋਇਆ, ਕੀ ਪੜ੍ਹਾਇਆ, ਕਿਵੇਂ ਕੀਤਾ, ਉਹ ਚੀਜ਼ ਤੁਹਾਡੇ ਪਾਸਟ ਮੇਰੇ ਵਾਲੇ ਸਟੂਡੈਂਟਸ ਜਿਹੜੇ ਸੀ ਤਾਂ ਉਹਨਾਂ ਦੇ ਵਿੱਚ ਉਹ ਚੀਜ਼ਾਂ ਮੈਨੂੰ ਕੁਝ ਮਿਸ ਲੱਗੀਆਂ ਤਾਂ ਮੈਨੂੰ ਲੱਗਿਆ ਕਿਤੇ ਫਰਦਰ ਕੋਈ ਸਟੂਡੈਂਟ ਹੈ ਨਾ ਇਸ ਦੀ ਕੋਈ ਮਿਸਟੇਕ ਨਾ ਕਰੇ। ਤਾਂ ਗ੍ਰਾਮਰ ਕੁਇਜ਼ ਦਾ ਇਹਦੇ ਵਿੱਚ ਥੋੜ੍ਹਾ ਜਿਹਾ ਪਾਰਟ ਪਾਤਾ ਹੈ ਕਿ ਆਪਾਂ ਆਪਦਾ ਸੈਲਫ ਇੰਜੋਇਮੈਂਟ ਵੀ ਕੀਤਾ ਬਟ ਉਹਨਾਂ ਦੇ ਲੈਕਚਰ ਨੂੰ ਆਪਾਂ ਮੇਨ ਰੱਖਿਆ। ਠੀਕ ਹੈ, ਹੁਣ ਆਨੇ ਆਪਾਂ ਇਹਦੇ ਜਿਹੜੇ ਆਪਣੇ ਫੋਲੋਅਪ ਕੁਐਸਚਨਸ ਹੁੰਦੇ ਆ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਸਟੱਡੀ ਕਰਦੇ ਹਾਂ। ਠੀਕ ਹੈ, ਓਕੇ, ਫਸਟ ਫੋਲੋਅਪ ਕੁਐਸਚਨ ਦੇਖਦੇ ਹਾਂ। ਵਾਟ ਆਰ ਦਾ ਬੈਨੀਫਿਟਸ ਆਫ ਲਰਨਿੰਗ ਅ ਫੋਰਨ ਲੈਂਗੁਏਜ। ਬੈਨੀਫਿਟਸ ਕੀ ਹੁੰਦੇ ਆ ਜੇ ਅਸੀਂ ਫੋਰਨ ਲੈਂਗੁਏਜ ਸਿੱਖੀਏ ਤਾਂ ਉਹਦੇ ਵੈਲ ਅਕੋਰਡਿੰਗ ਟੂ ਮਾਈ ਪਰਸਪੈਕਟਿਵ ਦੇਰ ਆਰ ਨਿਊਮਰਸ ਐਡਵਾਂਟੇਜਸ ਟੂ ਲਰਨ ਨੋਨ ਨੇਟਿਵ ਲੈਂਗੁਏਜ। As such, it can open the horizons of opportunities in broader areas as well as provide us more explorative environment। ਕੀ ਕਹਿਣ ਦੀ ਕੋਸ਼ਿਸ਼ ਹੈ, ਪਹਿਲੀ ਗੱਲ ਤਾਂ ਦੇਖੋ ਜਦੋਂ ਵੀ ਪਲੀਜ਼ ਫੋਲੋਅਪ ਸੁਣਾਏ ਜਾਣ ਸਟਾਰਟਿੰਗ ਕਰੈਕਟਰ ਪਲੀਜ਼ ਇਹਦੇ ਵਿੱਚ ਜ਼ਰੂਰ ਯੂਜ਼ ਕੀਤਾ ਜਾਵੇ। ਵੈਲ ਜਿਹੜਾ ਇੱਕ ਵਰਡ ਹੈ ਆਪਣਾ ਇਹ ਨਿਊਟਰਲ ਹੈ, ਕਿਤੇ ਵੀ ਲਗਾਇਆ ਜਾ ਸਕਦਾ। ਠੀਕ ਹੈ, ਆਪਾਂ ਕਹਿੰਦੇ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਐਡਵਾਂਟੇਜਸ ਨੇ ਸਿੱਖਣ ਦੇ ਨੋਨ ਨੇਟਿਵ ਲੈਂਗੁਏਜ ਨੂੰ। ਐਜ਼ ਸੱਚ ਇਹ ਓਪਨ ਕਰਦਾ ਹੈ, ਰਾਸਤੇ ਵਧਾਉਂਦਾ ਆਪਣੀ ਓਪੋਰਚੁਨਿਟੀ ਦੇ ਜ਼ਿਆਦਾ ਏਰੀਆਜ਼ ਦੇ ਵਿੱਚ ਅਤੇ ਪ੍ਰੋਵਾਈਡ ਕਰਦਾ ਸਾਨੂੰ ਐਕਸਪਲੋਰੇਟਿਵ ਇਨਵਾਇਰਮੈਂਟ। ਐਕਸਪਲੋਰੇਟਿਵ ਇਨਵਾਇਰਮੈਂਟ ਉਹਦਾ ਜ਼ਿਆਦਾ ਸਿੱਖਣ ਵਾਲਾ ਐਨਵਾਇਰਮੈਂਟ ਕ੍ਰੀਏਟ ਕਰਕੇ ਦਿੰਦਾ। ਇੱਕ ਚੀਜ਼ ਹੋਰ ਇਸ ਕਿਊਗੈਟ ਦੇ ਫੋਲੋਅਪ ਦੇ ਅਕੋਰਡਿੰਗ ਥੋੜ੍ਹੀ ਗਾਈਡ ਕਰਾਂ ਤਾਂ ਪਲੀਜ਼ ਦੇਖੋ ਰੀਫੇਸ ਕਰਨਾ ਸਿੱਖੋ ਆਪਣੇ ਕੁਐਸਚਨਸ ਨੂੰ। ਐਗਜ਼ਾਮੀਨਰ ਦੇ ਕੁਐਸਚਨ ਦੇ ਜਿਹੜੇ ਵਰਡ ਹੁੰਦੇ ਆ ਪਲੀਜ਼ ਉਹਨਾਂ ਨੂੰ ਐਜ਼ ਇਟ ਇਜ਼ ਵਾਪਿਸ ਨਾ ਕਰੋ। ਜੇ ਉਹਨੇ ਫੋਰਨ ਲੈਂਗੁਏਜ ਕਿਹਾ ਤਾਂ ਇੰਨੀ ਹਿੰਮਤ ਕਰੋ ਕਿ ਤੁਸੀਂ ਉਸਦਾ ਕੋਈ ਸਿਨੋਨਿਮ ਦੇਖੋ। ਜਿਵੇਂ ਇਹਦੇ ਨੋਨ ਨੇਟਿਵ ਲੈਂਗੁਏਜ ਕਿਹਾ, ਉਹਨੇ ਬੈਨੀਫਿਟਸ ਕਿਹਾ ਹੋਇਆ ਤਾਂ ਘੱਟੋ ਘੱਟ ਆਪਾਂ ਐਡਵਾਂਟੇਜ ਵਰਡ ਯੂਜ਼ ਕਰੀਏ। ਚਲੋ ਨੈਕਸਟ ਆਪਾਂ ਫੋਲੋਅਪ 'ਤੇ ਚੱਲਦੇ ਹਾਂ। ਵਾਟ ਆਰ ਦਾ ਬੈਨੀਫਿਟਸ ਆਫ ਬੀਇੰਗ ਅ ਫੋਰਨ ਲੈਂਗੁਏਜ ਟੀਚਰ। ਬੈਨੀਫਿਟ ਕੀ ਨੇ ਫੋਰਨ ਲੈਂਗੁਏਜ ਟੀਚਰ ਬਣਨ ਦੇ। ਆਪਾਂ ਸਟਾਰਟਿੰਗ ਦੇ ਵੀ ਥੋੜ੍ਹਾ ਜਿਹਾ ਓਨੈਸਟਲੀ ਗੱਲ ਕਰਾਂਗੇ। ਵੈਲ ਆਈ ਕਾਂਟ ਕਮੈਂਟ ਇਨ ਪਰਫੈਕਸ਼ਨ ਓਵਰ ਇਟ but I can imagine that alien language tutors can get more knowledge about different cultures and traditions. Moreover, they can get more career opportunities। ਮਤਲਬ ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਪਰਫੈਕਸ਼ਨ ਦੇ ਵਿੱਚ, ਪਰ ਇਮੇਜਿਨ ਕਰ ਸਕਦਾ ਕਿ ਜੇ ਦੂਜੀ ਭਾਸ਼ਾ ਦੇ ਟਿਊਟਰ ਉਹ ਜ਼ਿਆਦਾ ਨੌਲੇਜ ਗੇਨ ਕਰ ਸਕਦੇ ਹੈ, ਡਿਫਰੈਂਟ ਕਲਚਰ ਦੇ ਬਾਰੇ ਸਿੱਖ ਸਕਦੇ, ਟ੍ਰੈਡੀਸ਼ਨ ਬਾਰੇ ਸਿੱਖ ਸਕਦੇ ਆ। ਮੋਰਓਵਰ ਉਹ ਹੋਰ ਜ਼ਿਆਦਾ ਕਰੀਅਰ ਓਪਰਚੁਨਿਟੀਜ਼ ਵੀ ਉਹਨਾਂ ਨੂੰ ਮਿਲ ਜਾਂਦੀਆਂ ਨੇ। ਨੈਕਸਟ ਤੁਹਾਡਾ ਫੋਲੋਅਪ ਕੁਐਸਚਨ ਦੇਖਦੇ ਹਾਂ। Will computers replace foreign language teachers in the future?
ਕੀ ਕੰਪਿਊਟਰ ਰਿਪਲੇਸ ਕਰ ਦੇਣਗੇ ਫੋਰਨ ਲੈਂਗੁਏਜ ਟੀਚਰਸ ਨੂੰ ਫਿਊਚਰ ਦੇ ਵਿੱਚ? ਸਟ੍ਰਿਕਟਲੀ ਮਨਾ ਕਰ ਦਿਓ, ਨੋਟ ਐਟ ਆਲ, ਬਿਕਾਜ਼ ਕੰਪਿਊਟਰ can't make any student comfortable during learning. Those are meant to provide the data which is demanded, but teachers help students to overcome the fear of foreign language. अब कहते हैं बिल्कुल भी नहीं, क्योंकि कंप्यूटर कदे भी स्टूडेंट ਨੂੰ कंफर्टेबल नहीं बना सकते लर्निंग के दौरान। उन्होंने सिर्फ बनाया गया होंगे डेटा प्रोवाइड करने वास्ते जो उन्होंने तो मंगया जाए, पर टीचर्स हैल्प करते हैं स्टूडेंट्स की डर दूर करने वास्ते जो फॉरेन लैंग्वेज का। ठीक है, नेक्स्ट फॉलो अप इज is grammar the most difficult part about learning a foreign language? कि grammar सब तो ज़्यादा difficult part है जे किसी भाषा ਨੂੰ दूजी भाषा ਨੂੰ ਸਿੱਖਣਾ ਹੋਵੇ? Well, I don't think so, because grammar is road map for every language which helps to make bonding of thoughts with sentences. Well, ਮੈਨੂੰ ਨਹੀਂ ਲੱਗਦਾ ਕਿਉਂਕਿ grammar ਤਾਂ ਇੱਕ road ਇੱਕ ਰਾਸਤਾ ਬਣਦੀ ਹੈ ਕਿਸੇ ਵੀ ਇਹ ਭਾਸ਼ਾ ਦੇ ਲਈ, ਲਾਈਕ ਜਿਹੜੀ ਹੈਲਪ ਕਰਦੀ ਹੈ ਇੱਕ ਰਿਲੇਸ਼ਨ ਬਣਾਉਣ ਦਾ। ਬੌਂਡਿੰਗ ਮੀਨਸ ਇੱਕ ਰਿਲੇਸ਼ਨ ਬਣਾਉਂਦੀ ਹੈ ਜਿਹਦੇ ਵਿੱਚ ਆਪਣੀ ਸੋਚ ਸੈਂਟੈਂਸ ਦੇ ਨਾਲ ਕਨੈਕਟ ਹੋ ਜਾਂਦੀ ਹੈ। ਠੀਕ ਹੈ, ਲਾਸਟ ਸਬ ਕੁਐਸਚਨ ਹੈ ਤੁਹਾਡਾ, ਡੂ ਯੂ ਥਿੰਕ ਗ੍ਰਾਮਰ ਇਜ਼ ਇੰਪੋਰਟੈਂਟ ਇਨ ਲੈਂਗੁਏਜ ਲਰਨਿੰਗ? ਕੀ ਤੁਹਾਨੂੰ ਲੱਗਦਾ ਗ੍ਰਾਮਰ ਇੰਪੋਰਟੈਂਟ ਹੈ ਲੈਂਗੁਏਜ ਲਰਨਿੰਗ ਦੇ ਵਿੱਚ? Honestly speaking, I personally feel that grammar is the backbone of language learning. With the help of grammar, we can convey right message to others. ਇਮਾਨਦਾਰੀ ਨਾਲ ਬੋਲਦੇ ਹੋਏ ਮੈਨੂੰ ਪਰਸਨਲੀ ਫੀਲ ਹੁੰਦਾ ਕਿ ਗ੍ਰਾਮਰ ਤਾਂ ਇੱਕ ਰੀੜ੍ਹ ਦੀ ਹੱਡੀ ਹੈ। ਜੇ ਕਿਸੇ ਭਾਸ਼ਾ ਨੂੰ ਸਿੱਖਣਾ ਹੋਵੇ ਗ੍ਰਾਮਰ ਦੀ ਹੈਲਪ ਦੇ ਨਾਲ ਅਸੀਂ ਕਨਵੇ ਕਰ ਸਕਦੇ ਹਾਂ ਜੋ ਰਾਈਟ ਜੋ ਵਾਕਈ ਅਸੀਂ ਕਹਿਣਾ ਚਾਹੁੰਦੇ ਹਾਂ ਕਿਸੇ ਨੂੰ, ਉਹ ਅਸੀਂ ਗ੍ਰਾਮਰ ਦੀ ਹੈਲਪ ਨਾਲ ਹੀ ਕਹਿ ਪਾਉਂਦੇ ਹਾਂ। ਠੀਕ ਹੈ, ਨੈਕਸਟ ਕਿਊ ਕਾਰਡ ਮੈਂ ਛੇਤੀ ਦਊਂਗਾ। ਠੀਕ ਹੈ, ਹੋਪਫੁਲੀ ਇਸ ਵੀਡੀਓ ਤੋਂ ਬਾਅਦ ਨਾਲ ਦੀ ਨਾਲ ਮੈਂ ਅਪਲੋਡ ਕਰਦਾ। ਠੀਕ ਹੈ, ਅਤੇ ਥੋੜ੍ਹਾ ਹੈਕਟਿਕਨੈਸ ਮੇਰੇ ਆਪਦੇ ਪਰਸਨਲ ਜੋ ਆਪਦਾ ਇੱਕ ਟਾਈਮ ਟੇਬਲ ਹੈ ਸਟੂਡੈਂਟਸ ਟੀਚ ਕਰ ਉਹਦਾ ਥੋੜ੍ਹਾ ਜਿਹਾ ਉਲਝਿਆ ਹੋਇਆ, ਮੈਂ ਨੈਕਸਟ ਛੇਤੀ ਦਊਂਗਾ ਅਤੇ ਇਹ ਉਨੀ ਦੇਰ ਤੱਕ ਪਲੀਜ਼ ਟਰਾਈ ਟੂ ਲਰਨ ਇਟ। ठीक है, बट क्रैम नहीं करना, रट्टे ना मारियो प्लीज़, रिक्वेस्ट है। ठीक है, जे ये स्टोरी वधिया लगी तो इस पर वर्कआउट कर लो। ओके, बेस्ट ऑफ लक फॉर योर एग्जाम्स।